ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਦਲ ਪੰਜਨ ਗੁਰ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ। ਪੁੱਛਨ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ ਨਿਹਾਰੀ। ਅਗਮ ਅਗੋਚਰ ਸਤਿਗੁਰੂ ਬੋਲੇ ਮੁਕਤੇ ਸੁਣੋ ਸੰਸਾਰੀ। ਕਲਯੁਗ ਪੀੜੀ ਸੋਢੀਆਂ ਨਿਹਚਲ ਨੀਵ ਉਸਾਰ ਖਲਾਰੀ। ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਸਾਧ ਸੰਗਤ ਜੀ, ਅੱਜ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਉਤਸਵ ਹੈ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਛਠੀ ਪਾਤਸ਼ਾਹੀ, ਜਿਨ੍ਹਾਂ ਦਾ ਅਵਤਾਰ ਗੁਰੂ ਕੀ ਵਡਾਲੀ ਸ਼੍ਰੀ ਅੰਮ੍ਰਿਤਸਰ ਸਾਹਿਬ ਨਗਰ ਵਿਖੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗ੍ਰਹਿ ਵਿਖੇ ਅਤੇ ਧੰਨ ਧੰਨ ਮਾਤਾ ਗੰਗਾ ਜੀ ਦੇ ਪਾਵਨ ਪਵਿੱਤਰ ਉਦਰ ਤੋਂ ਹੋਇਆ ਹੈ। ਸਾਹਿਬ ਮਹਾਰਾਜ ਜੀ ਦੇ ਅੰਦਰ ਸ਼ਬਦ ਹੈ ਗੁਰੂ ਰਾਮਦਾਸ ਜੀ ਦਾ, ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜੰਨੀ ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ। ਜਿਨੀ ਡਿੱਠਾ ਤਿਨਾ ਲਏ ਛਡਾਏ। ਗੁਰ ਸਤਿਗੁਰ ਮੇਲੋ ਦਇਆ ਕਰ ਜਨ ਨਾਨਕ ਧੋਵੈ ਪਾਏ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸਾਰੀ ਕੁੱਲ ਪਿਤਾ ਮਾਤਾ ਧਨ ਨੇ, ਉਹ ਜੰਤ ਧਨ ਨੇ ਜਿਨ੍ਹਾਂ ਨੇ ਛੇਵੇਂ ਪਾਤਸ਼ਾਹ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਦੇ ਦਰਸ਼ਨ ਕੀਤੇ ਨੇ। ਆਓ ਸਾਰੀ ਸੰਗਤ ਰਲ ਕੇ ਛੇਵੇਂ ਪਾਤਸ਼ਾਹ ਦੇ ਜੀਵਨ ਦੇ ਉੱਤੇ ਕੁਝ ਕੁ ਘੜੀਆਂ ਇਤਿਹਾਸ ਦੀਆਂ ਸਾਂਝੀਆਂ ਕਰੀਏ। ਜੋ ਅਸੀਂ ਲੜੀ ਚਲਾਈ ਸੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ, ਉਸ ਦੀ ਅੱਜ 11ਵੀਂ ਸਾਖੀ ਹੈ। ਪਹਿਲੀ 10 ਸਾਖੀਆਂ ਆਪ ਜੀ ਨਾਲ ਦਾਸ ਨੇ ਆਪਣੇ ਸਾਊਂਡ ਕਲਾਊਡ ਦੇ ਪੇਜ ਦੇ ਉੱਤੇ ਡਾਕਟਰ ਸੁਪ੍ਰੀਤ ਸਿੰਘ ਦੇ ਨਾਮ ਦੇ ਉੱਤੇ ਸਾਊਂਡ ਕਲਾਊਡ ਦਾ ਪੇਜ ਸਾਂਝੀ ਕੀਤੀ ਹੈ। ਅੱਜ ਛੇਵੇਂ ਪਾਤਸ਼ਾਹ ਦੇ ਪ੍ਰਕਾਸ਼ ਉਤਸਵ 'ਤੇ ਗੁਰੂ ਮਹਾਰਾਜ ਜੀ ਦੀ ਕਥਾ ਸਰਵਣ ਕਰੀਏ। ਛੇਵੇਂ ਪਾਤਸ਼ਾਹ ਜੀ ਦਾ ਅਵਤਾਰ 1652 ਬਿਕਰਮੀ ਹਾੜ ਏਕਮ ਵਾਲੇ ਦਿਨ ਹੋਇਆ ਸੀਗਾ। ਛੇਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਨੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਅਵਤਾਰ ਦੇ ਉੱਤੇ ਜੋ ਅਦੁੱਤੀ ਇੱਕ ਖੇਡ ਵਰਤਾਈ ਹੈ, ਉਹ ਸਾਖੀ ਸਾਰੇ ਜਗਤ ਦੇ ਅੰਦਰ ਪ੍ਰਸਿੱਧ ਹੈ। ਕਿਵੇਂ ਸੱਚੇ ਪਾਤਸ਼ਾਹ ਨੇ ਧੰਨ ਧੰਨ ਗੁਰੂ ਘਰ ਦੇ ਵਜ਼ੀਰ ਬਾਬਾ ਬੁੱਢਾ ਜੀ ਨੂੰ ਵਡਿਆਈ ਦੇ ਕੇ ਆਪਣੇ ਪੁੱਤਰ ਦੀ ਆਮਦ ਇਸ ਮਾਤ ਲੋਕ 'ਤੇ ਕਰਵਾਈ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਇੱਕ ਦਾਸੀ ਕੰਮ ਕਰਦੀ ਸੀ, ਜੋ ਕਿ ਮਾਤਾ ਗੰਗਾ ਜੀ ਦੇ ਬਹੁਤ ਨਿਕਟਵਰਤੀ ਦਾਸੀ ਸੀ। ਉਸ ਦਾਸੀ ਦੀ ਇੱਕ ਹੋਰ ਸਹੇਲੀ ਦਾਸੀ, ਜੋ ਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੱਡੇ ਭਰਾਤਾ ਬਾਬਾ ਪਿਰਥੀ ਚੰਦ ਦੇ ਘਰ ਕੰਮ ਕਰਦੀ ਸੀ। ਉਹ ਦੋਨੋਂ ਦਾਸੀਆਂ ਆਪਸ 'ਚ ਸਹੇਲੀਆਂ ਸਨ। ਬਾਬਾ ਪਿਰਥੀ ਚੰਦ ਜੀ ਘਰ ਜੋ ਦਾਸੀ ਕੰਮ ਕਰਦੀ ਸੀ, ਬਾਬਾ ਪਿਰਥੀ ਚੰਦ ਜੀ ਦੇ ਮਹਿਲਾਂ ਦਾ ਨਾਮ ਸੀਗਾ ਬੀਬੀ ਕਰਮੋ। ਦਾਸੀ ਬੀਬੀ ਕਰਮੋ ਜੀ ਦੇ ਘਰ ਕੰਮ ਕਰਦੀ ਸੀ। ਉਸਨੇ ਬੀਬੀ ਕਰਮੋ ਨੂੰ ਕਿਹਾ, ਦੇਖੋ ਅੱਜ ਗੁਰੂ ਘਰ ਦੇ ਚੁਬਾਰਿਆਂ ਦੇ ਉੱਤੇ ਕਿੰਨੇ ਸੋਹਣੇ ਵਸਤਰ ਦੁਸ਼ਾਲੇ ਸੁੱਕਣੇ ਪਾਏ ਨੇ। ਲੱਗਦਾ ਜਿਹੜਾ ਮੀਂਹ ਦੇ ਅੰਦਰ ਸਲਾਬ ਕੱਪੜਿਆਂ 'ਤੇ ਲੱਗਿਆ ਉਹ ਦੂਰ ਹੋ ਰਿਹਾ। ਗੁਰੂ ਘਰ ਦੀ ਕਿੰਨੀ ਸ਼ੋਭਾ ਹੋ ਰਹੀ ਹੈ ਅਤੇ ਗੁਰੂ ਘਰ ਦੇ ਅੰਦਰ ਕਿੰਨੇ ਸੋਹਣੇ ਵਸਤਰ ਭੇਟਾਂ ਹੁੰਦੇ ਨੇ। ਇਹ ਗੱਲ ਸੁਣ ਕੇ ਕਰਮੋ ਜਲ ਬਲ ਗਈ। ਉਹਨੇ ਪਿਰਥੀ ਚੰਦ ਨੂੰ ਕਿਹਾ, ਹੇ ਪਤੀ, ਜੇ ਤੁਸੀਂ ਵੀ ਗੁਰੂ ਰਾਮਦਾਸ ਜੀ ਦੀ ਸੇਵਾ ਕਰਦੇ, ਹੁਕਮ ਮੰਨਦੇ, ਅਤੇ ਤੁਹਾਨੂੰ ਵੀ ਗੁਰਤਾ ਗੱਦੀ ਮਿਲਦੀ, ਭੇਟਾਵਾਂ ਤੁਹਾਡੇ ਘਰ ਆਉਂਦੀਆਂ। ਇਹ ਗੱਲ ਸੁਣ ਕੇ ਪਿਰਥੀ ਚੰਦ ਬੋਲਿਆ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਮਰ 45 ਸਾਲ ਦੇ ਕਰੀਬ ਹੋ ਗਈ ਹੈ। ਉਹਨਾਂ ਨੇ ਸੰਸਾਰ ਤੋਂ ਉਤਰੇ ਹੀ ਚਲੇ ਜਾਣਾ ਹੈ, ਬਿਨਾਂ ਪੁੱਤਰ ਤੋਂ ਚਲੇ ਜਾਣਾ ਹੈ, ਅਤੇ ਸਾਡਾ ਪੁੱਤਰ ਮਿਹਰਬਾਨ ਗੁਰਤਾ ਗੱਦੀ 'ਤੇ ਬੈਠੇਗਾ। ਤੂੰ ਘਬਰਾ ਨਾ।
ਇਹ ਗੱਲ ਦਾਸੀ ਨੇ ਵੀ ਸੁਣੀ ਤੇ ਜਾ ਕੇ ਆਪਣੀ ਸਹੇਲੀ ਦਾਸੀ ਨੂੰ ਦੱਸੀ, ਜੋ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਕੰਮ ਕਰਦੀ ਸੀ। ਸਾਰੀ ਗੱਲ ਮਾਤਾ ਗੰਗਾ ਜੀ ਦੇ ਕੰਨ ਤੱਕ ਪਹੁੰਚੀ। ਮਾਤਾ ਗੰਗਾ ਜੀ ਹਿਰਦੇ ਤੋਂ ਬਹੁਤ ਦੁਖੀ ਹੋਏ। ਮਾਤਾ ਗੰਗਾ ਜੀ ਨੇ ਰਾਤ ਨੂੰ ਗੁਰੂ ਕੇ ਮਹਿਲਾਂ ਵਿਖੇ ਪੰਜਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕੋਲ ਅਰਜ਼ ਗੁਜ਼ਾਰੀ, ਮਹਾਰਾਜ ਆਪ ਜੀ ਨੂੰ ਕਿਰਪਾ ਕਰਦੇ ਹੋ ਸਾਰੇ ਸੰਸਾਰ ਦੇ ਉੱਤੇ, ਸਾਰੇ ਜੀਵਾਂ ਦੇ ਉੱਤੇ ਕਿਰਪਾ ਕਰੋ, ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ਿਸ਼ ਕਰੋ। ਪੰਜਵੇਂ ਪਾਤਸ਼ਾਹ ਨੇ ਕਿਹਾ, ਗੁਰੂ ਘਰ ਦੀਆਂ ਦਾਤਾਵਾਂ ਗੁਰੂ ਘਰ ਦੇ ਸੰਤਾਂ ਮਹਾਤਮਾਵਾਂ ਕੋਲ ਨੇ, ਤੁਸੀਂ ਬੀੜ ਬਾਬੇ ਬੁੱਢੇ ਕੀ ਵਿਖੇ ਬਾਬਾ ਬੁੱਢਾ ਜੀ ਕੋਲ ਜਾ ਕੇ ਵਰ ਲਓ। ਧੰਨ ਧੰਨ ਮਾਤਾ ਗੰਗਾ ਜੀ ਅੰਮ੍ਰਿਤ ਵੇਲੇ ਸਾਜ ਬਣਾ ਕੇ, ਸੇਵਾਦਾਰ ਲੈ ਕੇ, ਬੜੇ ਹੀ ਰੱਥ ਘੋੜਿਆਂ ਦੇ ਨਾਲ ਕੁਝ ਕੁ ਖਾਣ ਦੀਆਂ ਵਸਤੂਆਂ ਲੈ ਕੇ ਬਾਬਾ ਬੁੱਢਾ ਜੀ ਕੋਲ ਪਹੁੰਚੇ। ਬੀੜ ਬਾਬਾ ਬੁੱਢਾ ਜੀ ਵਿਖੇ ਜਦ ਪਹੁੰਚੇ ਤਦੋਂ ਉੱਤੇ ਦੇ ਸਾਰੇ ਪੰਛੀ ਪੇੜਾਂ ਤੋਂ ਉੱਡ ਗਏ, ਜਾਨਵਰ ਭੱਜਣ ਲੱਗ ਪਏ। ਬਹੁਤ ਘਣਾ ਇੱਕ ਤਰ੍ਹਾਂ ਦੇ ਅੰਦਰ ਵਰਿੱਖ ਸਨ ਤੇ ਬਾਬਾ ਬੁੱਢਾ ਜੀ ਨੂੰ ਇੰਨਾ ਸ਼ੋਰ ਦਿਖਿਆ। ਵਡੇਰੀ ਉਮਰ ਵਿੱਚ ਬਾਬਾ ਜੀ ਨੇ ਬਚਨ ਕੀਤਾ। ਬਾਬਾ ਜੀ ਬੋਲੇ, ਧੰਨ ਧੰਨ ਬਾਬਾ ਬੁੱਢਾ ਜੀ, ਕਹਿੰਦੇ ਅੱਜ ਗੁਰੂ ਘਰ ਨੂੰ ਕੀ ਭਾਜਣਾ ਪੈ ਗਈਆਂ ਨੇ। ਇੰਨਾ ਬਚਨ ਜਦੋਂ ਸੁਣਿਆ, ਉੱਪਰ ਬੈਠਾ ਇੱਕ ਸਿੱਖ ਦਰਖਤ 'ਤੇ ਜਿਹੜਾ ਫਲ ਤੋੜ ਰਿਹਾ ਸੀ, ਉਹ ਬਾਬਾ ਬੁੱਢਾ ਜੀ ਵੱਲ ਘੂਰਨ ਲੱਗ ਪਿਆ। ਬਾਬਾ ਬੁੱਢਾ ਜੀ ਨੇ ਉਹਦੇ ਪਰਥਾਏ ਵੀ ਬਚਨ ਕਰ ਦਿੱਤਾ, ਕਹਿੰਦੇ ਤੂੰ ਕੀ ਸੂਰਾਂ ਦੀ ਤਰ੍ਹਾਂ ਘੂਰਦਾ ਹੈ। ਜਦੋਂ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਕੋਲ ਪਹੁੰਚੇ ਤੇ ਸਿੱਖ ਨੇ ਕਿਹਾ, ਤੁਹਾਡੇ ਵੱਲ ਕਰੜਾ ਬਚਨ ਹੋਇਆ। ਮਾਤਾ ਗੰਗਾ ਜੀ ਜਿੱਥੇ ਵਰ ਲੈਣ ਆਏ ਸੀ, ਮਨ ਦੇ ਅੰਦਰ ਸੋਚਿਆ ਵੀ ਇਹ ਤੇ ਸਾਨੂੰ ਸ਼ਰਾਪ ਮਿਲ ਗਿਆ, ਪਰ ਫਿਰ ਵੀ ਬੇਨਤੀ ਕੀਤੀ, ਬਾਬਾ ਬੁੱਢਾ ਜੀ ਤੁਸੀਂ ਸਾਨੂੰ ਪੁੱਤਰ ਦੀ ਦਾਤ ਬਖਸ਼ਿਸ਼ ਕਰੋ, ਸਾਨੂੰ ਪੰਜਵੇਂ ਪਾਤਸ਼ਾਹ ਨੇ ਆਪ ਜੀ ਕੋਲ ਭੇਜਿਆ। ਅੱਗੋਂ ਬਾਬਾ ਬੁੱਢਾ ਜੀ ਨੇ ਬੜੇ ਸਹਿਜ ਸੁਭਾਏ, ਨਿਰਮਲ ਸੁਭਾਅ ਦੇ ਨਾਲ ਬੜੇ ਕੋਮਲ ਬਚਨ ਕਹੇ, ਮਾਤਾ ਗੰਗਾ ਜੀ ਮੈਂ ਤੇ ਗੁਰੂ ਘਰ ਦਾ ਕਾਈ ਹਾਂ, ਮੈਂ ਆਪ ਜੀ ਨੂੰ ਕਿੱਥੇ ਪੁੱਤਰ ਦੇਣ ਦੇ ਯੋਗ ਹਾਂ। ਮਾਤਾ ਗੰਗਾ ਜੀ ਇਹ ਬਚਨ ਸੁਣ ਕੇ ਵਾਪਸ ਗੁਰੂ ਘਰ ਆਏ। ਸਾਰੇ ਦਾਸ ਤੇ ਦਾਸੀਆਂ, ਸਾਜੋ ਸਮਾਨ ਸਭ ਸ਼੍ਰੀ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਆ ਕੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਸਾਰੀ ਗੱਲ ਦੱਸੀ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਉਣ ਵਾਲਾ ਸਮਾਂ ਵਿਚਾਰਿਆ ਤੇ ਸੋਚਿਆ, ਕਿਤੇ ਲੈਣ ਤਾਂ ਵਰ ਗਏ ਸੀ, ਪਰ ਹੁਣ ਸ਼ਰਾਪ ਲੈਣ ਕੇ ਆ ਗਏ ਨੇ। ਮਾਤਾ ਗੰਗਾ ਨੇ ਕਿਹਾ, ਹੇ ਗੁਰੂ ਪਾਤਸ਼ਾਹ ਆਪ ਜੀ ਕਿਰਪਾ ਕਰੋ, ਸਾਰੀ ਤੁਸੀਂ ਕਾਇਨਾਤ ਨੂੰ ਵਸਤੂਆਂ ਪ੍ਰਾਪਤ ਕਰਵਾਉਂਦੇ ਹੋ, ਮੈਨੂੰ ਵੀ ਵਸਤੂ ਪ੍ਰਾਪਤ ਕਰਾਓ, ਪੁੱਤਰ ਦੀ ਦਾਤ ਬਖਸ਼ਿਸ਼ ਕਰਵਾਓ। ਪੰਜਵੇਂ ਪਾਤਸ਼ਾਹ ਨੇ ਕਿਹਾ, ਸਾਹਿਬ ਜੀ ਤੁਸੀਂ ਬਾਬਾ ਬੁੱਢਾ ਜੀ ਦੇ ਕੋਲ ਦੁਬਾਰਾ ਜਾਓ ਤੇ ਮਹਾਂਪੁਰਖਾਂ ਦੇ ਕੋਲ ਜਾਣ ਦੀ ਰੀਤੀ ਹੁੰਦੀ ਹੈ। ਹੱਥੀ ਪ੍ਰਸ਼ਾਦਾ ਅੰਮ੍ਰਿਤ ਵੇਲੇ ਕੇਸ਼ੀ ਇਸ਼ਨਾਨ ਕਰਕੇ ਤਿਆਰ ਕਰੋ, ਅੱਧੇ ਛੋਲੇ ਤੇ ਅੱਧੀ ਕਣਕ ਪਾ ਕੇ ਮੋਟੀ ਪ੍ਰਸ਼ਾਦੇ ਤਿਆਰ ਕਰਕੇ ਦੇਸੀ ਘਿਓ ਨਾਲ ਚੋਪੜ ਕੇ, ਉਪਰੰਤ ਗੰਢੇ ਅਤੇ ਲੱਸੀ ਤੇ ਹੋਰ ਸਾਜੋ ਸਮਾਨ ਜਿਹੜਾ ਪ੍ਰਸ਼ਾਦਿਆਂ ਦੇ ਨਾਲ ਛਕਾਉਣ ਵਾਲਾ ਉਹ ਲੈ ਕੇ ਆਪਣੇ ਸੀਸ 'ਤੇ ਰੱਖ ਕੇ ਹੱਥੀਂ ਸੇਵਾ ਕਰਕੇ, ਸਮਾਨ ਆਪ ਹੱਥੀਂ ਤਿਆਰ ਕਰਕੇ ਆਪ ਜੀ ਬਾਬਾ ਬੁੱਢਾ ਜੀ ਦੇ ਚਰਨਾਂ 'ਚ ਪਹੁੰਚੋ। ਮਾਤਾ ਗੰਗਾ ਜੀ ਨੇ 7 ਬਚਨ ਬੋਲਿਆ। ਅੰਮ੍ਰਿਤ ਵੇਲੇ ਉੱਠੇ, ਕੇਸ਼ੀ ਇਸ਼ਨਾਨ ਕੀਤਾ, ਸ਼੍ਰੀ ਜਪ ਸਾਹਿਬ ਦਾ ਪਾਠ ਕਰਕੇ, ਜਪਜੀ ਸਾਹਿਬ ਦਾ ਪਾਠ ਕਰਕੇ, ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਕੇ ਲੰਗਰ ਤਿਆਰ ਕੀਤਾ ਤੇ ਵਾਹਿਗੁਰੂ ਸਿਮਰਨ ਕਰਦੇ ਹੋਏ ਬੀੜ ਬਾਬਾ ਬੁੱਢਾ ਜੀ ਵਿਖੇ ਪਹੁੰਚੇ। ਪ੍ਰਭੂ ਦੀ ਨੇਤ ਹੋਈ, ਬਾਬਾ ਬੁੱਢਾ ਜੀ ਨੂੰ ਵੀ ਭੁੱਖ ਲੱਗੀ। ਦੇਖਿਆ ਮਾਤਾ ਪ੍ਰਸ਼ਾਦਾ ਲੈ ਕੇ ਆ ਰਹੇ ਨੇ। ਬਾਬਾ ਬੁੱਢਾ ਜੀ ਨੇ ਪ੍ਰੇਮ ਦੇ ਨਾਲ ਮਾਤਾ ਗੰਗਾ ਜੀ ਨੂੰ ਅੱਗੇ ਹੋ ਕੇ ਮਿਲੇ ਤੇ ਕਿਹਾ, ਮਾਤਾ ਜਾਣੀ ਜਾਣ ਹੁੰਦੇ ਨੇ। ਮਾਤਾ ਨੇ ਜਾਣ ਲਿਆ ਕਿ ਉਹਨਾਂ ਦੇ ਪੁੱਤਰ ਬੁੱਢੇ ਨੂੰ ਭੁੱਖ ਲੱਗੀ ਹੈ ਤੇ ਉਹ ਪ੍ਰਸ਼ਾਦਾ ਲੈ ਕੇ ਆਏ ਨੇ। ਬਾਬਾ ਬੁੱਢਾ ਜੀ ਨੇ ਹੱਥ ਦੇ ਉੱਤੇ ਹੱਥ ਸੁੱਚੇ ਕਰਕੇ ਪ੍ਰਸ਼ਾਦਾ ਛਕਿਆ ਤੇ ਗੱਡਾ ਪ੍ਰਸ਼ਾਦਿਆਂ 'ਤੇ ਰੱਖ ਕੇ ਜ਼ੋਰ ਦੇ ਮੁੱਕੀ ਮਾਰੀ ਤੇ ਕਿਹਾ, ਮਾਤਾ ਗੰਗਾ ਜੀ ਆਪ ਜੀ ਦੇ ਘਰ ਐਡਾ ਮਹਾਬਲੀ ਅਵਤਾਰ ਯੋਧਾ ਪੈਦਾ ਹੋਵੇਗਾ, ਜਿਸ ਤਰ੍ਹਾਂ ਮੈਂ ਗੰਢੇ ਦਾ ਸਿਰ ਭੰਨਿਆ ਹੈ, ਤੇਰਾ ਪੁੱਤਰ ਮੁਗਲਾਂ ਦੇ ਸਿਰ ਭੰਨੇਗਾ। ਤੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਇਹ ਵਰ ਜਦੋਂ ਹੋਇਆ, ਆਸਮਾਨ ਦੇ ਅੰਦਰੋਂ ਬਿਜਲੀ ਕੜਕੀ। ਉਸ ਬਿਜਲੀ ਦੀ ਕੜਕ ਨੇ ਇਹ ਗੱਲ ਸਾਬਿਤ ਕਰ ਦਿੱਤੀ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੰਗ ਅਤੇ ਧਰਮ ਯੁੱਧ ਦੇ ਲਈ ਸੰਸਾਰ ਦੇ ਉੱਤੇ ਆ ਰਹੇ ਨੇ।
ਸੱਚੇ ਪਾਤਸ਼ਾਹ ਮਹਾਰਾਜ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਰ ਪ੍ਰਾਪਤ ਕੀਤੇ। ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਨੇ ਬਚਨ ਕੀਤਾ, ਤੁਹਾਡੇ ਪੁੱਤਰ ਦਾ ਨਾਮ ਹਰਗੋਬਿੰਦ ਹੋਵੇਗਾ। ਉਹ ਮੀਰੀ ਪੀਰੀ ਦੇ ਮਾਲਕ ਹੋਣਗੇ, ਰਾਜੇ ਉਹਨਾਂ ਦੇ ਅੱਗੇ ਝੁਕਿਆ ਕਰਨਗੇ, ਉਹ ਧਰਮ ਦੀ ਰੱਖਿਆ ਕਰਨਗੇ, ਸ਼ਸਤਰਧਾਰੀ ਹੋਣਗੇ, ਸਿੱਖਾਂ ਨੂੰ ਵਿੱਦਿਆ ਅਭਿਆਸ ਕਰਾਇਆ ਕਰਨਗੇ, ਸ਼ਾਸਤਰ ਦਾ ਅਤੇ ਸ਼ਸਤਰਾਂ ਦਾ। ਅਤੇ ਅੱਜ ਜਿਸ ਤਰ੍ਹਾਂ ਬਿਜਲੀ ਚਮਕਾਰੇ ਮਾਰ ਰਹੀ ਹੈ ਬੱਦਲਾਂ ਦੇ ਅੰਦਰ, ਉਸੀ ਪ੍ਰਕਾਰ ਮਾਤਾ ਗੰਗਾ ਤੇਰੀ ਪੁੱਤਰ ਦੀ ਤੇਗ ਜੰਗ ਦੇ ਅੰਦਰ ਲਲਕਾਰੇ ਮਾਰੇਗੀ, ਲਿਸ਼ਕਾਂ ਮਾਰੇਗੀ, ਅਤੇ ਤੇਰੇ ਪੁੱਤਰ ਦੀ ਤੇਗ ਦਾ ਕੋਈ ਸਾਨੀ ਨਹੀਂ ਹੋਵੇਗਾ। ਤੇਰੇ ਪੁੱਤਰਾਂ ਦੇ ਤੀਰ ਅਚੂਕ ਹੋਣਗੇ। ਤੇਰਾ ਪੁੱਤਰ ਮਹਾਬਲੀ ਅਵਤਾਰ ਸੰਸਾਰ 'ਤੇ ਹੋਵੇਗਾ। ਜੰਗ ਦੇ ਅੰਦਰ ਉਸ ਦੇ ਬਰਾਬਰ ਹੋਰ ਕੋਈ ਸੂਰਮਾ ਨਹੀਂ ਹੋਵੇਗਾ। ਇੰਨੇ ਵਰ ਪ੍ਰਾਪਤ ਕਰਕੇ ਮਾਤਾ ਗੰਗਾ ਜੀ ਪ੍ਰਸੰਨ ਹੋਏ। ਬਾਬਾ ਬੁੱਢਾ ਜੀ ਤੋਂ ਆਗਿਆ ਲਈ ਵਾਪਸ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਏ ਅਤੇ ਮਾਤਾ ਗੰਗਾ ਜੀ ਨੇ ਸਾਰਾ ਪ੍ਰਸੰਗ ਬਾਬਾ ਬੁੱਢਾ ਜੀ ਦਾ ਆ ਕੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸੁਣਾਇਆ। ਖਾਲਸਾ ਜੀ, ਇਹ ਬਚਨ 21 ਅੱਸੂ ਦਾ ਹੈ। ਜਦੋਂ ਬਾਬਾ ਬੁੱਢਾ ਜੀ ਦੇ ਕੋਲ ਅੱਸੂ ਦੇ ਮਹੀਨੇ ਦੇ ਅੰਦਰ ਮਾਤਾ ਗੰਗਾ ਜੀ ਗਏ ਸੀਗੇ ਅਤੇ ਫਿਰ 10 ਮਹੀਨੇ ਤੋਂ ਬਾਅਦ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੇ ਉਦਰ ਤੋਂ ਪਾਵਨ ਪਵਿੱਤਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅਵਤਾਰ ਪਹਿਲੀ ਹਾੜ ਨੂੰ 1652 ਬਿਕਰਮੀ ਵਾਲੇ ਦਿਨ ਹੁੰਦਾ ਹੈ। ਅਤੇ ਉਸ ਵੇਲੇ ਪੰਜਵੇਂ ਪਾਤਸ਼ਾਹ ਸ਼ਬਦ ਉਚਾਰਨ ਕਰਦੇ ਨੇ, ਸਾਚੇ ਦੀਆ ਭੇਜ, ਜੋ ਕਿ ਆਸਾ ਮਹੱਲਾ 5ਵਾਂ ਸ਼ਬਦ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ 396 ਅੰਗ ਦੇ ਉੱਤੇ ਸਤਿਗੁਰ ਸਾਚੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਧਰੈ ਮਾਹੇ ਆਏ ਕੀਆ ਨਿਵਾਸ, ਮਾਤਾ ਕਹਿ ਮਨ ਬਹੁਤ ਬਿਗਾਸ, ਜਮਿਆ ਪੂਤ ਭਗਤ ਗੋਵਿੰਦ ਕਾ, ਪ੍ਰਗਟਿਆ ਸਭ ਮੈਂ ਲਿਖਿਆ ਧੁਰ ਕਾ, ਰਹਾਓ ਦਸੀ ਮਾਸੀ ਹੁਕਮ ਬਾਲਕ ਜਨਮ ਲਿਆ, ਮਿਟਿਆ ਸੋਗ ਮਹਾ ਆਨੰਦ ਥੀਆ, ਗੁਰਬਾਣੀ ਸਖੀ ਆਨੰਦ ਗਾਵੈ, ਸਾਚੇ ਸਾਹਿਬ ਕਹਿ ਮਨ ਭਾਵੈ, ਵੱਧੀ ਵੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ, ਮਨ ਚਿੰਦਿਆ ਸਤਿਗੁਰੂ ਦਿਵਾਇਆ, ਭਏ ਅਚਿੰਤ ਏਕ ਲਿਵ ਲਾਇਆ, ਜੋ ਬਾਲਕ ਪਿਤਾ ਉਪਰ ਕਰੇ ਬਹੁਮਾਨ, ਬੁਲਾਇਆ ਬੋਲੇ ਗੁਰ ਕੈ ਭਾਣ, ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਸੱਚੇ ਪਾਤਸ਼ਾਹ ਨੇ ਇਹ ਸ਼ਬਦ ਸੰਗਤ ਦੇ ਅੰਦਰ ਪੜ੍ਹਿਆ ਵੀ ਸਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਹੈ ਅਤੇ ਮਾਤਾ ਗੰਗਾ ਜੀ ਨੂੰ ਭਾਗ ਲੱਗੇ ਨੇ। ਅਤੇ ਇਹ ਜਿਹੜਾ ਪੁੱਤਰ ਹੈ ਇਹ ਪਰਮਾਤਮਾ ਦਾ ਹੀ ਪੁੱਤਰ ਹੈ, ਪਰਮਾਤਮਾ ਦੀ ਬਖਸ਼ਿਸ਼ ਹੈ। ਅਤੇ ਇਸ ਬਾਲਕ ਨੇ ਜਨਮ 10 ਮਹੀਨਿਆਂ ਪਿੱਛੋਂ ਲਿਖਿਆ ਅਤੇ ਸਾਰੇ ਸਿੱਖਾਂ ਨੇ ਮਿਲ ਕੇ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਗਾਇਆ। ਮਹਾਰਾਜ ਨੇ ਕਿਹਾ ਗੁਰਬਾਣੀ ਸਖੀ ਆਨੰਦ ਗਾਵੈ। ਬੜੇ ਆਨੰਦ ਦੇ ਨਾਲ ਗੁਰਬਾਣੀ ਪੜ੍ਹੀ, ਆਨੰਦ ਸਾਹਿਬ ਦਾ ਪਾਠ ਹੋਇਆ, ਕੜਾਹ ਪ੍ਰਸ਼ਾਦ ਦੀ ਦੇਗਾਂ ਹੋਈਆਂ। ਸੱਚੇ ਪਾਤਸ਼ਾਹ ਦੇ ਘਰ ਆਨੰਦ ਦਾ ਸਮਾਂ ਬਣਿਆ। ਪਾਤਸ਼ਾਹ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗ੍ਰਹਿ ਵਿਖੇ ਜਦੋਂ ਇੰਨਾ ਆਨੰਦ ਬਣਿਆ, 33 ਕਰੋੜ ਦੇਵੀ ਦੇਵਤਿਆਂ ਨੇ ਗੁਰੂ ਕੀ ਵਡਾਲੀ ਵਿਖੇ ਫੁੱਲਾਂ ਦੀ ਵਰਖਾ ਕੀਤੀ, ਚੰਦਨ ਦੀ ਕੇਸਰ ਦਾ ਛਿੜਕਾਓ ਕੀਤਾ ਅਤੇ ਆ ਕੇ ਦੇਵਤੇ ਆਪ ਕੀਰਤਨ ਗਾਉਂਦੇ ਨੇ। ਸਿੱਖ ਦੇਖ ਦੇਖ ਕੇ ਹੈਰਾਨ ਹੁੰਦੇ ਨੇ, ਇਹ ਨਵੇਂ ਸਿੱਖ ਕਿੱਥੋਂ ਆਏ ਨੇ ਜਿਹੜੇ ਇੰਨਾ ਸੋਹਣਾ ਰਬਾਬ ਦੇ ਨਾਲ, ਤੰਤੀ ਸਾਜ਼ਾਂ ਦੇ ਨਾਲ ਕੀਰਤਨ ਕਰ ਰਹੇ ਨੇ। ਗੁਰੂ ਘਰ ਦੇ ਅੰਦਰ ਬੜਾ ਪ੍ਰੇਮ ਅਤੇ ਆਨੰਦ ਵਰਤਣ ਲੱਗਾ। ਗੁਰੂ ਘਰ ਦੇ ਅੰਦਰ ਖੁਸ਼ੀ ਦੀ ਲਹਿਰ ਦੌੜ ਪਈ। ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਗਰੀਬ ਆਉਂਦੇ ਨੇ, ਉਹਨਾਂ ਨੂੰ ਕੱਪੜਾ ਅਤੇ ਖਾਣ ਨੂੰ ਪਦਾਰਥ, ਧਨ ਇਤਿਆਦਿਕ ਸਮਾਨ ਦਿੱਤਾ ਜਾਂਦਾ ਹੈ। ਗੁਰੂ ਪਾਤਸ਼ਾਹ ਬਹੁਤ ਦਾਨ ਪੁੰਨ ਕਰਦੇ ਨੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਅਵਤਾਰ ਦੇ ਉੱਤੇ। ਅਤੇ ਖਾਲਸਾ ਜੀ, ਇਹ ਅਵਤਾਰ ਦੀ ਸਾਖੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗ੍ਰੰਥ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਦਰ ਆਉਂਦੀ ਹੈ। ਅਸੀਂ ਸਾਰਿਆਂ ਨੇ ਉਹ ਸ਼ਬਦ ਆਸਾ ਰਾਗ ਦਾ ਸਰਵਣ ਕੀਤਾ। ਉਪਰੰਤ ਕਈ ਹੋਰ ਸ਼ਬਦ ਵੀ ਨੇ ਜੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਰਥਾਏ ਹੋਰ ਪਾਵਨ ਪਵਿੱਤਰ ਗ੍ਰੰਥਾਂ ਵਿੱਚ ਵੀ ਆਉਂਦੇ ਨੇ। ਜਿਵੇਂ ਭਾਈ ਗੁਰਦਾਸ ਜੀ ਨੇ ਆਪਣੀ ਵਾਰ ਦੇ ਅੰਦਰ ਬਹੁਤ ਜਗ੍ਹਾ ਦੇ ਉੱਤੇ ਕੁਛ ਜ਼ਿਕਰ ਕੀਤਾ ਹੈ। ਸੱਚੇ ਪਾਤਸ਼ਾਹ ਦਾ ਇੱਕ ਸ਼ਬਦ ਜਿੱਥੇ ਤੁਸੀਂ ਮੰਗਲ ਵਿੱਚ ਸਰਵਣ ਕੀਤਾ ਸੀ, 5 ਪਿਆਲੇ 5 ਪੀਰ,
उसी प्रकार एक शब्द महाराज जी दे परथाएं है जो 39ਵੀਂ वार दे अंदर भाई गुरदास जी ने 39ਵੀਂ वार दी तीजी पौड़ी च लिखिया। दस्तगीर होए पंज पीर हर गोबिंद अतोला, दीन दुनी दा पातशाह पातशाह अडोला, पंज प्याले अजर जर होए मस्तान सुजान विचोला, तुरिया चढ़ जिड़ परम तत्त छे वरतारे कोलो कोला, छे दर्शन छे पीढ़ियाँ एक दर्शन अंदर गोला, जति सती संतोखियाँ सिद्धनाथ अवतार विरोला, 11 रुद्र समुंदर विच मर जीवै तिस रतन अमोला, 12 16 मेल कर 20 21 चढ़ाओ हिंडोला, अंतर जामी बाला भोला। श्री गुरु हरगोबिंद साहब महाराज सच्चे पातशाह जी जिथे उन्होंने कई तरह के खिताब संगतां ने गुरु साहिबां ने महाराज ने आप दिते। मीरी पीरी दे मालक वो बाबा बुढ़ा जी ने 2 किरपाना धारण करके उन्होंने अकाल तख्त साहब की रचना की। 5वें पातशाह महाराज की शहादत का बदला लिया। ढाडी वारां दी सच्चे पातशाह महाराज ने मर्यादा चलाई। सिखां नूं शस्त्र विद्या का अभ्यास, सोहणे घोड़े ते शस्त्र भेटा करन दी मर्यादा पातशाह गुरु हरगोबिंद साहब महाराज ने चलाई। उपरंत 6वें पातशाह महाराज ने 4 जंग भी लड़े। पहला जंग मीरी पीरी दे मालक सच्चे पातशाह गुरु हरगोबिंद साहब ने जिथे लड़िया उत्थे अज गुरुद्वारा लोहगढ़ साहब जिथे लक्कड़ दी तोप मौजूद है श्री अमृतसर नगर दे अंदर, मुगलस खान जिहड़ा चढ़ के आया सी पातशाह दे 7000 फौज लैके, महाराज ने वो सारी फौज नूं जेठ दे महीने दे अंदर झटकाया सी। जिथे सच्चे पातशाह ने अणख दा एक उदाहरण दिता सीगा। शाहजहान दा बाज महाराज ने रख लिया ते बचन कीता सी असीं बाज भी रखांगे ते ताज भी रखांगे। उसका बदला लैण लई मुगलस खान आया सी। महाराज ने उन्हां नूं मूँह दी खा के वापस मुड़े सन ते मुगलस खान नूं झटका दिता सीगा। सच्चे पातशाह महाराज ने उसी जंग दे अंदर अपनी पुत्री बीबी वीरो दा विआह भी कीता सीगा ते सिखां नूं वडियाई दित्ती सी। माता दमोदरी नूं बचन कह के जे मठियाई मेरे सिखां लई नहीं है तां फिर तुरक खाणगे। सो महाराज ने बीबी वीरो दा विआह झपाल विखे कीता सीगा। ਉਹ प्रसंग पिछे असी सरवण कर आए हैं बाकी साखियां दे अंदर। दूसरा जंग 6वें पातशाह महाराज जी ने हरगोबिंदपुरे कीता सी जिथे भगवान दास केरड़ जिहड़ा कि सच्चे पातशाह महाराज दे कोल गुरु हरगोबिंद साहब कोल कबोल बोलदा सीगा। भगवान दास केरड़ जिहड़ा सीगा उन्होंने शाहजहान ने पट्ठा लिखता सीगा थोड़ी जी जगह दा, पर अकबर बादशाह ने सारा हरगोबिंदपुरे का जिहड़ा पट्टा सीगा ਉਹ गुरु साहिबां दे नाम लिखिया सी ते महाराज नगर वसाउणा चाहते सन। भगवान दास केरड़ अपना पट्टा लैके गुरु साहब महाराज नूं जदों बेदबी वाले बचन कहण लगा ते गुरु साहब महाराज जी ने दे सिखां ने हजूरी सिख बाबा बिधी चंद किया ने मोढियां तो फड़ के चंगा कुटिया ते बाद चों मार कुट के उन्होंने नदी च रोड़ता सीगा। ते उहदा पुत्तर जिहड़ा सीगा रतन चंद ते चंदू दा पुत्तर करम चंद, ਉਹ ਦੋਨੇ 15,000 ਦੀ ਫੌਜ ਲੈ ਕੇ ਅਨਵਰ ਖਾਨ ਅਬਦੁੱਲਾ ਖਾਨ ਨੂੰ ਲੈ ਕੇ ਸੱਚੇ ਪਾਤਸ਼ਾਹ ਮਹਾਰਾਜ ਤੇ ਗੁਰੂ ਹਰਗੋਬਿੰਦਪੁਰੇ ਚੜ੍ਹਾਈ ਕੀਤੀ। 6ਵੇਂ ਪਾਤਸ਼ਾਹ ਮਹਾਰਾਜ ਨੇ ਉਹ ਸਾਰੀ 15,000 ਚੋਂ 14,000 ਦੀ ਫੌਜ ਨੂੰ ਝਟਕਾਇਆ ਤੇ ਬਾਕੀ 1000 ਡਰ ਕੇ ਭੱਜ ਗਏ ਸੀਗੇ। ਤਾਂ 6ਵੇਂ ਪਾਤਸ਼ਾਹ ਨੇ ਦੂਸਰਾ ਜੰਗ ਵੀ ਫਤਿਹ ਕੀਤਾ ਤੇ ਜਿਹੜਾ ਰਤਨ ਚੰਦ ਸੀਗਾ ਭਗਵਾਨ ਦਾਸ ਕੇਰੜ ਦਾ ਪੁੱਤਰ ਉਹਨੂੰ ਵੀ ਝਟਕਾਇਆ ਤੇ ਕਰਮ ਚੰਦ ਜਿਹੜਾ ਸੀਗਾ ਉਹਨੂੰ ਵੀ ਝਟਕਾਇਆ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਚੋਖਾ ਉਹਨਾਂ ਤੋਂ ਬਦਲਾ ਲਿਆ। ਉਪਰੰਤ ਜਿਹੜਾ ਤੀਸਰਾ ਜੰਗ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ, ਮਹਾਬਲੀ ਅਵਤਾਰ 6ਵੇਂ ਪਾਤਸ਼ਾਹ ਮਹਾਰਾਜ ਨੇ ਜਿਹੜਾ ਅਗਲਾ ਜੰਗ ਕੀਤਾ ਸੀਗਾ ਗੁਰੂਸਰ ਮਹਿਰਾਜ ਦੀ ਧਰਤੀ ਤੇ ਸੱਚੇ ਪਾਤਸ਼ਾਹ ਨੇ ਜੰਗ ਕੀਤਾ, ਜਿੱਥੇ ਭਾਈ ਰੂਪ ਚੰਦ ਜੀ ਨੂੰ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਭਾਈ ਰੂਪੇ ਵਿਖੇ। ਉੱਥੇ ਹੀ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਇੱਕ ਸਿੱਖ ਸੀਗਾ ਭਾਈ ਕਰੋੜੀਆ ਨਾਮ ਖੱਤਰੀ ਦਾ, ਜੋ ਕਿ ਕਾਬਲ ਤੋਂ ਮਹਾਰਾਜ ਦੇ ਲਈ 2 ਘੋੜੇ ਲੈ ਕੇ ਆ ਰਿਹਾ ਸੀ, ਦਿਲਬਾਗ ਤੇ ਗੁਲਬਾਗ। ਤੇ ਰਸਤੇ ਦੇ ਅੰਦਰ ਉਹ ਲੱਲਾ ਬੇਗ ਨਾਮ ਦੇ ਸ਼ਾਹਜਹਾਨ ਦੇ ਇੱਕ
ਅਫਸਰ ਨੇ ਖੋਹ ਲਏ ਸੀਗੇ ਅਤੇ ਉਹ ਪਿਸ਼ੌਰ ਦਾ ਸੂਬਾ ਸੀਗਾ ਲੱਲਾ ਬੇਗ, ਅਤੇ ਉਹਨੇ ਦੋਨੋਂ ਘੋੜੇ ਬਾਦਸ਼ਾਹ ਸ਼ਾਹ ਜਹਾਨ ਦੀ ਖੁਸ਼ੀ ਲੈਣ ਦੇ ਲਈ ਖੋਹ ਲਏ ਸੀਗੇ। ਅਤੇ ਉਹ ਸਿੱਖ ਨੇ ਕਿਹਾ ਸੀ ਮਹਾਰਾਜ ਭਾਈ ਕਰੋੜੀਏ ਨੇ, ਮਹਾਰਾਜ ਮੇਰੀ ਭਾਵਨਾ ਹੈ ਕਿ ਜਿਹੜੇ ਘੋੜੇ ਮੇਰੇ ਤੋਂ ਪਿਸ਼ਾਵਰ ਦੇ ਸੂਬੇ ਲੱਲਾ ਬੇਗ ਨੇ ਖੋਏ ਨੇ ਉਹ ਆਪ ਜੀ ਉਹਨਾਂ 'ਤੇ ਸਵਾਰੀ ਕਰੋ। ਫਿਰ ਬਾਬਾ ਬਿਧੀ ਚੰਦ ਜੀ ਉਹ ਦੋਨੇ ਘੋੜੇ ਵਾਰੀ ਵਾਰੀ ਲੈ ਕੇ ਆਏ ਸੀਗੇ। ਪਹਿਲੀ ਵਾਰੀ ਘਾਹ ਪਾਉਣ ਵੇਲੇ ਕਸੇਰੇ ਬਣ ਕੇ ਗਏ ਸੀਗੇ ਅਤੇ ਘਾਹ ਦੇ ਭਾਨੇ ਘੋੜਾ ਕੱਢ ਕੇ ਲਿਆਏ ਸੀਗੇ ਬਾਬਾ ਬਿਧੀ ਚੰਦ ਜੀ, ਅਤੇ ਦੂਜੀ ਵਾਰੀ ਨਜੂਮੀਏ ਬਣ ਕੇ ਗਏ ਸੀਗੇ ਅਤੇ ਉਹ ਬਾਦਸ਼ਾਹ ਤੋਂ ਦਿਲਬਾਗ ਅਤੇ ਗੁਲਬਾਗ ਲਿਆ ਕੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਭੇਟਾ ਕੀਤਾ ਸੀ ਵਾਪਸ, ਜੋ ਕਿ ਗੁਰੂ ਸਾਹਿਬ ਦੀ ਵਸਤੂ ਸੀਗੀ, ਪਰ ਲੱਲਾ ਬੇਗ ਨੇ ਚੋਰੀ ਕਰ ਲਈ ਸੀ ਗੁਰੂ ਘਰ ਦੀ ਵਸਤੂ। ਗੁਰੂ ਕੇ ਮਹਾਬਲੀ ਯੋਧੇ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਉਸਨੇ 6ਵੇਂ ਪਾਤਸ਼ਾਹ ਨੂੰ ਵਾਪਸ ਉਹ ਘੋੜੇ ਲਿਆ ਕੇ ਦਿੱਤੇ ਸੀ। ਵਿਆਹ ਦਾ ਬਦਲਾ ਲੈਣ ਦੇ ਲਈ ਬਈ ਗੁਰੂ ਘਰ ਦੇ ਘੋੜੇ ਗੁਰੂ ਕਾ ਸਿੱਖ ਕੱਢ ਕੇ ਲੈ ਗਿਆ, ਜਿਹੜੇ ਅਸੀਂ ਭੇਟਾ ਕੀਤੇ ਸੀ। ਜਿਹੜਾ ਲੱਲਾ ਬੇਗ ਦਾ ਭਰਾ ਸੀ ਕੰਬਲ ਬੇਗ ਅਤੇ ਭਾਂਜਾ ਸੀਗਾ ਕਾਬਲ ਬੇਗ, ਉਹ 35,000 ਦੀ ਫੌਜ ਪੋਹ ਦੇ ਮਹੀਨੇ ਦੇ ਅੰਦਰ ਜਦੋਂ ਬਹੁਤ ਪਾਲਾ ਪੈ ਰਿਹਾ ਹੁੰਦਾ ਉਹ ਜੰਗ ਕਰਨ ਦੇ ਲਈ ਗੁਰੂਸਰ ਮਹਾਰਾਜ ਆਏ। 6ਵੇਂ ਪਾਤਸ਼ਾਹ ਮਹਾਰਾਜ ਨੇ ਉਹ 35,000 ਫੌਜ ਨੂੰ ਝਟਕਾਇਆ, ਜੰਗ ਫਤਿਹ ਕੀਤਾ। ਮਹਾਰਾਜ ਨੇ ਉੱਥੇ ਦਮਦਮਾ ਬਣਾ ਕੇ ਥੜਾ ਬਣਾਇਆ ਅਤੇ ਉੱਥੇ ਸ਼ਾਮ ਨੂੰ ਸੱਚੇ ਪਾਤਸ਼ਾਹ ਜੀ ਨੇ ਰਹਿਰਾਸ ਸਾਹਿਬ ਦਾ ਪਾਠ ਕੀਤਾ, ਆਰਤੀ ਕੀਤੀ। ਅਤੇ ਜਿਹੜਾ ਚੌਥਾ ਜੰਗ ਸੀਗਾ ਉਹ 6ਵੇਂ ਪਾਤਸ਼ਾਹ ਮਹਾਰਾਜ ਜੀ ਨੇ, ਜਿਹੜਾ ਨਮਕ ਹਰਾਮ ਹੋ ਗਿਆ ਸੀ ਪੈਂਡਾ ਖਾਨ, ਉਹ ਪੈਂਡੇ ਖਾਨ ਜਿਹਨੂੰ ਗੁਰੂ ਮਹਾਰਾਜ ਨੇ ਪੁੱਤਰਾਂ ਦੀ ਤਰ੍ਹਾਂ ਪਾਲਿਆ, ਜਦੋਂ ਉਹਦਾ ਜਵਾਈ ਗੁਰੂ ਮਹਾਰਾਜ ਜੀ ਦੇ ਘਰੋਂ ਜਿਹੜੀ ਪੈਂਡੇ ਖਾ ਚੀਜ਼ਾਂ ਚੋਰੀ ਕਰਕੇ ਲੈ ਗਿਆ ਸੀਗਾ, ਅਤੇ ਉਹਦਾ ਜਿਹੜਾ ਜਵਾਈ ਸੀ ਉਸਮਾਨ ਖਾਨ, ਉਹਦੇ ਕੋਲ ਬਾਜ ਅਤੇ ਪੁਸ਼ਾਕ ਉਹਨੇ ਦੇਣ ਤੋਂ ਇਨਕਾਰ ਕਰ ਦਿੱਤਾ। ਉੱਥੇ ਫਿਰ ਬਾਬਾ ਬਿਧੀ ਚੰਦ ਜੀ ਉਹ ਸਮਾਨ ਤਾਂ ਲੈ ਆਏ, ਪਰ ਉਹ ਖੁਨਸ ਖਾ ਗਿਆ ਸੀਗਾ, ਅਤੇ ਫਿਰ ਉਹਨਾਂ ਨੇ ਕਿਹਾ ਵੀ ਪੈਂਦੇ ਖਾਂ ਨੇ ਜਾ ਕੇ ਦਿੱਲੀ ਦਰਬਾਰ ਹੀ ਫਰਿਆਦ ਕੀਤੀ। ਕਾਲੇ ਖਾਂ 50,000 ਫੌਜ ਲੈ ਕੇ ਆਇਆ। ਕਾਲੇ ਖਾਨ ਦੇ ਨਾਲ ਅਨਵਰ ਖਵਾਜਾ ਅਤੇ ਕੁਤਬ ਖਾਨ ਜਲੰਧਰ ਦਾ ਸੂਬਾ, ਇਹ ਸਾਰਾ ਜੰਗ ਜਲੰਧਰ ਦੇ ਇਲਾਕੇ ਦੇ ਅੰਦਰ ਹੋਇਆ। ਕਰਤਾਰਪੁਰ ਸਾਹਿਬ 6ਵੇਂ ਪਾਤਸ਼ਾਹ ਦਾ ਵਸਾਇਆ ਨਗਰ, ਇੱਕ ਕਰਤਾਰਪੁਰ ਸਾਹਿਬ ਉਹ ਹੈ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵਸਾਇਆ, ਅਤੇ ਇੱਕ 6ਵੇਂ ਪਾਤਸ਼ਾਹ ਮਹਾਰਾਜ ਨੇ ਜਿੱਥੇ ਜੰਗ ਲੜਿਆ ਸੀਗਾ। ਕਾਲੇ ਖਾਂ, ਅਨਵਰ ਖਵਾਜਾ ਖਾਂ, ਕੁਤਬ ਖਾਂ ਜਲੰਧਰ ਦਾ ਸੂਬੇਦਾਰ, ਅਤੇ ਪੈਂਡੇ ਖਾਂ ਜੋ 6ਵੇਂ ਪਾਤਸ਼ਾਹ 'ਤੇ ਚੜ੍ਹ ਕੇ ਆਇਆ ਸੀਗਾ, ਨਮਕ ਹਰਾਮ ਹੋ ਗਿਆ ਸੀ, ਉਹਨਾਂ ਦੇ ਨਾਲ 6ਵੇਂ ਪਾਤਸ਼ਾਹ ਮਹਾਰਾਜ ਨੇ ਜੰਗ ਕੀਤਾ। ਅਤੇ ਉਹ ਇੰਨਾ ਭਰਵਾਂ ਜੰਗ ਹੋਇਆ ਜਿਹਦੇ ਅੰਦਰ 78,000 ਫੌਜ ਦਾ ਨਾਸ਼ ਹੋਇਆ ਤੁਰਕਾਂ ਦੀ। ਅਤੇ 6ਵੇਂ ਪਾਤਸ਼ਾਹ ਮਹਾਰਾਜ ਦਾ ਡੰਕਾ ਦਿੱਲੀ ਦਰਬਾਰ ਦੇ ਅੰਦਰ ਵੱਜਣ ਲੱਗ ਪਿਆ ਵੀ ਜੇ ਕਿਤੇ ਪੂਰੇ ਹਿੰਦੁਸਤਾਨ ਦੇ ਅੰਦਰ ਕੋਈ ਦਿੱਲੀ ਦਰਬਾਰ ਦੇ ਤਖਤ ਨੂੰ ਲਾ ਸਕਦਾ ਹੈ ਅਤੇ ਉਹ ਗੁਰੂ ਨਾਨਕ ਦਾ ਘਰ ਹੈ, ਜਿੱਥੇ ਤੇਗ ਦੋਨਾਂ ਦੀ ਫਤਿਹ ਹੈ, ਸਦਾ ਹੀ ਫਤਿਹ ਹੈ। ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਚੌਥਾ ਜੰਗ ਵੀ ਫਤਿਹ ਕੀਤਾ। ਮਹਾਰਾਜ ਚੌਥਾ ਜੰਗ ਫਤਿਹ ਕਰਕੇ ਕੀਰਤਪੁਰ ਸਾਹਿਬ ਬੁੱਢਣ ਸ਼ਾਹ ਜੀ ਦੇ ਕੋਲ ਪਹੁੰਚੇ। ਉੱਥੇ ਸੱਚੇ ਪਾਤਸ਼ਾਹ ਨੇ ਆਪਣਾ ਪੁੱਤਰ ਧੰਨ ਧੰਨ ਬਾਬਾ ਗੁਰਦਿੱਤਾ ਜੀ ਨੂੰ ਗੁਰੂ ਨਾਨਕ ਸਾਹਿਬ ਸਰੂਪ ਜਿੱਥੇ ਦਰਸ਼ਨ ਕਰਾ ਕੇ ਉਹਨਾਂ ਨੂੰ ਪਹਿਲਾਂ ਆਪਣਾ ਪੁੱਤਰ ਸੌਂਪ ਦਿੱਤਾ ਸੀਗਾ। ਹੁਣ ਉਹਨਾਂ ਦੀ ਮੁਕਤੀ ਦਾ ਸਮਾਂ ਸੀਗਾ ਅਤੇ ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕੀਤੇ ਸੀਗੇ। ਉਹ 6ਵੇਂ ਪਾਤਸ਼ਾਹ ਦੇ ਦਰਸ਼ਨ ਕਰਕੇ ਸੱਚਖੰਡ ਨੂੰ ਗਏ ਸੀਗੇ। ਉੱਧਰੋਂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਦੇ ਪਰਉਪਕਾਰ ਕਿੱਥੇ ਤੱਕ ਗਿਣੀਏ। ਜੀਵ ਦੇ ਉੱਤੇ ਸਾਡੇ ਸ਼ਬਦ ਖਤਮ ਹੋ ਸਕਦੇ ਨੇ, ਜੀਵਨ ਖਤਮ ਹੋ ਸਕਦਾ ਹੈ। ਜਿੰਨੀਆਂ ਮਰਜ਼ੀ ਧਰਤੀ ਦੇ ਉੱਤੇ ਜਨਮ ਲੈ ਲਈਏ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਰਉਪਕਾਰਾਂ ਦੀ ਗਿਣਤੀ ਨਹੀਂ ਹੋ ਸਕਦੀ, ਨਹੀਂ ਹੋ ਸਕਦੀ। 6ਵੇਂ ਪਾਤਸ਼ਾਹ ਮਹਾਰਾਜ ਨੇ ਜਪ ਸਾਹਿਬ ਦੇ ਪਾਠ ਸੁਣੇ ਸਨ ਭਾਈ ਗੋਪਾਲੇ ਤੋਂ, ਜਿੱਥੇ ਮਹਾਰਾਜ ਗੁਰਤਾ ਗੱਦੀ ਦੇਣ ਨੂੰ ਤਿਆਰ ਹੋ ਗਏ ਸੀ, ਪਰ ਭਾਈ ਗੋਪਾਲੇ ਦੀ ਭਾਵਨਾ ਸੀ ਉਹਨਾਂ ਨੂੰ ਘੋੜਾ ਮਿਲੇ। ਮਹਾਰਾਜ ਨੇ ਗੁਰਬਾਣੀ ਦੇ ਸਤਿਕਾਰ ਦੇ ਲਈ ਕੇਵਲ ਇੱਕ ਗੁਰਤਾ ਗੱਦੀ ਹੀ ਸਮਝੀ ਜੋ ਯੋਗ ਹੈ ਦੇਣ ਦੇ ਲਈ। ਸ਼ੁੱਧ ਜਪਜੀ ਸਾਹਿਬ ਦਾ ਪਾਠ ਉਚਾਰਨ ਵੇਲੇ ਭਾਈ ਗੋਪਾਲਾ ਜੀ ਨੂੰ ਉਹਨਾਂ ਦੀ ਭਾਵਨਾ ਪੂਰੀ ਕੀਤੀ। ਜਿੱਥੇ ਤੁਸੀਂ ਪਿੱਛੇ ਸੁਣ ਕੇ ਆਏ ਹੋ ਸਾਊਂਡ ਕਲਾਊਡ ਦੇ ਅੰਦਰ ਹੀ 52 ਰਾਜੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਪੱਲਾ ਪਕੜ ਕੇ ਛਡਾਏ। ਰਾਜਪੂਤ ਰਾਜੇ ਜਿਹੜੇ ਕਦੇ ਵੀ ਆਜ਼ਾਦ ਨਹੀਂ ਹੋ ਸਕਦੇ ਜੀ, 6ਵੇਂ ਪਾਤਸ਼ਾਹ ਮਹਾਰਾਜ ਨੇ ਉਹਨਾਂ ਨੂੰ ਛਡਾਇਆ। ਭਾਈ ਰੂਪ ਚੰਦ ਜੀ ਦੇ
ਜੰਗਲਾਂ ਦੇ ਅੰਦਰ ਜਾ ਕੇ ਉਹਨਾਂ ਨੂੰ ਮੁੜ ਸੁਰਜੀਤ ਕੀਤਾ ਅਤੇ ਜਲ ਛਕਾਇਆ। ਅਤੇ ਬਾਬੇ ਅਲਮਸਤ ਨੂੰ ਨਾਨਕ ਮੱਤੇ ਜਾ ਕੇ ਉਹਨਾਂ ਦੀ ਭਾਵਨਾ ਪੂਰੀ ਕੀਤੀ, ਸਿੱਧਾਂ ਨੂੰ ਦੰਡ ਦਿੱਤਾ ਅਤੇ ਦਰਖਤ ਹਰਾ ਕੀਤਾ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਲਾਇਆ ਹੋਇਆ। ਅਤੇ ਮਾਤਾ ਭਾਗ ਭਰੀ ਜੀ ਦਾ ਕਸ਼ਮੀਰ 'ਚ ਜਾ ਕੇ ਚੋਲਾ ਪਾਇਆ। ਭਾਈ ਕੱਟੂ ਸ਼ਾਹ ਦੀ ਸਿੱਖੀ ਜਿਹੜੀ ਸੀਗੀ, ਸਿਦਕ ਦੀ ਸਿੱਖੀ, ਉਹ ਪ੍ਰਵਾਨ ਕੀਤੀ। ਸੱਚੇ ਪਾਤਸ਼ਾਹ ਮਹਾਰਾਜ ਨੇ ਭਾਈ ਜਾਨੀ ਜੀ ਜਿਹੜੇ ਮੁਸਲਮਾਨ ਸਿੱਖ ਸਨ ਗੁਰੂ ਕੇ, ਉਹਨਾਂ ਦੀ ਭਾਵਨਾ ਪੂਰੀ ਕੀਤੀ। ਅਤੇ ਦੀਨ ਦੁਨੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਅੱਜ ਦੇ ਦਿਨ ਅਵਤਾਰ ਹੋਇਆ ਸੀਗਾ। ਨਸ ਵੰਜੋਂ ਕਿਲ ਵਿਖੋ ਕਰਤਾ ਘਰ ਆਇਆ, ਦੂਤੈ ਦਹਿਨ ਭਇਆ ਗੋਵਿੰਦ ਪ੍ਰਗਟਾਇਆ। ਪ੍ਰਗਟੇ ਗੋਪਾਲ ਗੋਵਿੰਦ ਲਾਲਨ ਸਾਧ ਸੰਗ ਵਖਾਣਿਆ, ਆਚਰਜ ਡੀਠਾ ਅਮਿਓ ਬੂਠਾ ਗੁਰ ਪ੍ਰਸਾਦੀ ਜਾਣਿਆ। ਮਨ ਸ਼ਾਂਤ ਆਈ ਵਜੀ ਵਧਾਈ, ਨਹਿ ਅੰਤ ਜਾਈ ਪਾਇਆ। ਬਿਨਵੰਤ ਨਾਨਕ ਸੁਖ ਸਹਿਜ ਮੇਲਾ, ਪ੍ਰਭੂ ਆਪ ਬਣਾਇਆ। ਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸਿਫਤ ਨਹੀਂ ਹੋ ਸਕਦੀ। ਦਾਸ ਅੰਬਾਲੇ ਤੋਂ ਹੈ। ਸਿੰਘ ਸਾਹਿਬ ਗਿਆਨੀ ਸ਼ੇਰ ਸਿੰਘ ਜੀ ਦੀ ਪ੍ਰੇਰਨਾ ਸਦਕਾ, ਜਿਨ੍ਹਾਂ ਨੇ ਇਤਿਹਾਸ ਦਾਸ ਨੂੰ ਪੜ੍ਹਾਇਆ, ਉਹਨਾਂ ਨੇ ਬੇਅੰਤ ਕਿਰਪਾ ਕੀਤੀ। ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਮੰਜੀ ਸਾਹਿਬ ਬੌਲੀ ਸਾਹਿਬ ਵਿਖੇ, ਜਿੱਥੇ ਉਹਨਾਂ ਨੇ ਦਾਸ ਨੂੰ ਕਥਾ ਸੁਣਾ ਕੇ ਨਿਹਾਲ ਕੀਤਾ, ਵਿੱਦਿਆ ਪੜ੍ਹਾ ਕੇ ਨਿਹਾਲ ਕੀਤਾ, ਸਾਧੂ ਮਹਾਤਮਾਵਾਂ ਦੇ ਚਰਨਾਂ ਦੀ ਧੂੜ ਬਖਸ਼ਿਸ਼ ਕਰਾਈ, 6ਵੇਂ ਪਾਤਸ਼ਾਹ ਦੀ ਸੇਵਾ ਦਿੱਤੀ। ਉਹ ਪਾਵਨ ਪਵਿੱਤਰ ਇਤਿਹਾਸ ਦਾਸ ਨੇ ਕੋਸ਼ਿਸ਼ ਕੀਤੀ ਹੈ ਆਪ ਜੀ ਨਾਲ ਸਾਂਝਾ ਕਰਾਂ, ਕਿਉਂਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੈ ਊਡੀਨਾ। ਸਤਿਗੁਰ ਪਾਰਸ ਪਰਸੀਐ, ਕੰਚਨ ਕਰੈ ਮਨੂਰ ਮਲੀਨਾ। ਸਤਿਗੁਰ ਬਾਵਨ ਚੰਦਨੋ, ਵਾਸ ਸੁਵਾਸ ਕਰੈ ਲਾਖੀਨਾ। ਸਤਿਗੁਰ ਪੂਰਾ ਪਾਰ ਜਾਤ, ਸਿਮਲ ਸਫਲ ਕਰੈ ਸੰਗ ਲੀਨਾ। ਮਾਨ ਸਰੋਵਰ ਸਤਿਗੁਰੂ ਕਾਗੋ, ਹੰਸ ਜਲੋਂ ਦੁੱਧ ਪੀਣਾ। ਗੁਰ ਤੀਰਥ ਦਰਿਆਓ ਹੈ, ਪਸੂ ਪਰੇਤ ਕਰੈ ਪਰਬੀਣਾ। ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੈ ਊਡੀਨਾ। ਗੁਰਮੁਖ ਮਨ ਆਪਤੀਜ ਪਤੀਨਾ। 6ਵੇਂ ਪਾਤਸ਼ਾਹ ਬੰਦੀ ਛੋੜ ਨੇ, ਸਾਰੀਆਂ ਦਾਤਾਂ ਦੇਣ ਵਾਲੇ ਨੇ। ਕੋਈ ਵੀ ਮਨ ਦੀ ਤੁਹਾਡੀ ਇੱਛਾ ਹੋਵੇ, ਗੁਰਮਤਿ ਅਨੁਸਾਰ ਗੁਰੂ ਹਰਗੋਬਿੰਦ ਸਾਹਿਬ ਨੂੰ ਅਰਦਾਸ ਕਰਕੇ ਮੰਗੋ, ਤੁਹਾਡੀਆਂ ਸਾਰੀਆਂ ਭਾਵਨਾਵਾਂ ਅਕਾਲ ਤਖਤ ਦੇ ਮਾਲਕ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਪੂਰੀਆਂ ਕਰਨ ਵਾਲੇ ਨੇ। ਕਈ ਹੋਰ ਪਾਵਨ ਪਵਿੱਤਰ ਸ਼ਬਦ ਨੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਜਿੱਥੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀਆਂ ਸਾਖੀਆਂ ਜੁੜੀਆਂ ਹੋਈਆਂ ਨੇ। ਜਿਵੇਂ ਬਾਬਾ ਪਿਰਥੀ ਚੰਦ ਜੀ ਨੇ ਕਈ ਵਾਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਉੱਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਉੱਥੇ 5ਵੇਂ ਪਾਤਸ਼ਾਹ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਕਰਦੇ ਹੋਏ ਉਹਨਾਂ ਨੂੰ ਪਰਮਾਤਮਾ ਤੋਂ ਹੀ ਗੁਰੂ ਰਾਮਦਾਸ ਮਹਾਰਾਜ ਨੇ ਬਚਾ ਲਿਆ। ਜਿਵੇਂ ਇੱਕ ਸ਼ਬਦ ਭੈਰੋ ਰਾਗ ਵਿੱਚ ਵੀ ਆਉਂਦਾ ਹੈ, ਲੇਪ ਨ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ। ਉੱਥੇ ਵੀ ਮਹਾਰਾਜ ਨੂੰ ਬ੍ਰਾਹਮਣ ਜਿਹੜਾ ਜ਼ਹਿਰ ਦੇਣ ਲੱਗਾ ਸੀ ਦਹੀਂ 'ਚ ਪਾ ਕੇ, ਪਰਮਾਤਮਾ ਨੇ ਬਚਾ ਲਿਆ ਸੀਗਾ। ਦੂਜੇ ਪਾਸੇ ਜਦੋਂ 6ਵੇਂ ਪਾਤਸ਼ਾਹ ਨੂੰ ਚੇਚਕ ਹੋਇਆ ਅਤੇ ਉੱਥੇ ਉਸ ਬਿਮਾਰੀ ਕਰਕੇ 6ਵੇਂ ਪਾਤਸ਼ਾਹ ਦੇ ਉੱਤੇ ਬਹੁਤ ਜ਼ਿਆਦਾ ਬੁਖਾਰ ਤੇਜ਼ ਸੀ। ਜਦੋਂ ਠੀਕ ਹੋਏ ਮਹਾਰਾਜ ਨੇ ਫਿਰ ਬੇਨਤੀ ਕੀਤੀ ਸੀ, ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰ ਗੋਬਿੰਦ ਨਵਾਂ ਨਰੋਆ। ਤਾਪ ਗਿਆ ਪ੍ਰਭ ਆਪ ਮਿਟਾਇਆ, ਜਨ ਕੀ ਲਾਜ ਰਖਾਈ। ਸਾਧ ਸੰਗਤ ਤੇ ਸਭ ਫਲ ਪਾਏ, ਸਤਿਗੁਰ ਕੈ ਬਲ ਜਾਈ। ਹਲਤ ਪਲਤ ਪ੍ਰਭ ਦੋਏ ਸਵਾਰੇ, ਹਮਰਾ ਗੁਣ ਅਵਗੁਣ ਨਾ ਵਿਚਾਰਿਆ। ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਧਾਰਿਆ। ਐਸੇ ਕਈ ਹੋਰ ਸ਼ਬਦ ਨੇ ਜੋ 6ਵੇਂ ਪਾਤਸ਼ਾਹ ਮਹਾਰਾਜ ਦੇ ਪਰਥਾਏ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਨੇ। 6ਵੇਂ ਪਾਤਸ਼ਾਹ ਦਾ ਇਤਿਹਾਸ ਬੇਅੰਤ ਹੈ, ਕੋਈ ਅੰਤ ਪਾਰਾਵਾਰ ਨਹੀਂ ਹੈ। ਬ੍ਰਹਿਮੰਡ ਦੇ ਤਾਰੇ ਤਾਂ ਗਿਣੇ ਜਾ ਸਕਦੇ ਨੇ, ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੁਹਾਡੀ ਉਸਤਤ ਨਹੀਂ ਹੋ ਸਕਦੀ। ਤੁਸੀਂ ਯੋਧੇ ਹੋ, ਪਰਉਪਕਾਰੀ ਹੋ, ਦਾਨੀ ਹੋ, ਸਿੱਖਾਂ ਦੇ ਉੱਤੇ ਕਿਰਪਾ ਕਰਨ ਵਾਲੇ ਹੋ। ਆਪਣੇ ਸਿੱਖਾਂ ਨੂੰ ਆਪਣੀ ਸਿੱਖੀ ਨਾਲ ਨਿਵਾਜੋ। ਆਪ ਜੀ ਦੇ ਪ੍ਰਕਾਸ਼ ਉਤਸਵ ਦੇ ਉੱਤੇ ਦਾਸ ਸੁਪ੍ਰੀਤ ਸਿੰਘ ਵੱਲੋਂ ਆਪ ਜੀ ਦੀ ਕਥਾ ਦਾ ਪ੍ਰਸੰਗ ਆਪ ਜੀ ਦੇ ਚਰਨਾਂ ਦੇ ਵਿੱਚ ਮਹਾਰਾਜ
ਸਰਵਣ ਕਰਵਾਇਆ ਹੈ ਸਾਰੀ ਸੰਗਤ ਨੂੰ। ਆਪ ਜੀ ਕਿਰਪਾ ਕਰੋ, ਸਾਰੀ ਸੰਗਤ ਬਖਸ਼ਣ ਯੋਗ ਹੈ। ਨਾਮਦਾਨ, ਸਿੱਖੀ ਦਾਨ, ਅੰਮ੍ਰਿਤ ਵੇਲੇ ਦੇ ਜਾਗਣੇ, ਸਾਧੂ ਦਾ ਸੰਗ ਤੇ ਸੱਚੇ ਪਾਤਸ਼ਾਹ ਤੁਹਾਡੇ ਗੁਰਸਿੱਖਾਂ ਦਾ ਭੈ ਤੇ ਅਦਬ ਬਖਸ਼ਿਸ਼ ਕਰੋ। ਸੱਚੇ ਪਾਤਸ਼ਾਹ ਮਹਾਰਾਜ ਇੰਨੀ ਸੇਵਾ ਪ੍ਰਵਾਨ ਕਰਨੀ। ਸਾਰੀ ਸੰਗਤ ਗੱਜ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।